Hello students, in this lecture we discuss causes of increase in public expenditure in India. First point is increase in population. Because of increase in population, government is forced to provide more services to the people. Population ਦੇ increase ਹੋਣ ਦੇ ਨਾਲ government ਤੇ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੀ ਸੀ ਪੀਪਲਸ ਨੂੰ ਉਸ ਦੇ ਵਿੱਚ ਵੀ ਇੰਕਰੀਮੈਂਟ ਹੋ ਗਿਆ। ਉਸ 'ਤੇ ਇਨਕਰੀਜ਼ ਹੋਣ ਦੇ ਨਾਲ ਗਵਰਨਮੈਂਟ ਦਾ ਪਬਲਿਕ ਐਕਸਪੈਂਡੀਚਰ ਵੀ ਇਨਕਰੀਜ਼ ਕਰ ਜਾਂਦਾ ਆ। ਪੋਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਨਾਲ ਗਵਰਨਮੈਂਟ ਦੀ ਲਾਇਬਿਲਿਟੀਜ਼ ਵੀ ਇਨਕਰੀਜ਼ ਕਰ ਜਾਂਦੀਆਂ ਆ। ਗਵਰਨਮੈਂਟ ਬਹੁਤ ਸਾਰੇ ਸੋਸ਼ਲ ਸਰਵਿਸਿਜ਼ ਤੇ ਲਾਈਕ ਐਜੂਕੇਸ਼ਨ ਫੈਸਿਲਿਟੀਜ਼, ਪਬਲਿਕ ਹੈਲਥ ਫੈਸਿਲਿਟੀਜ਼, ਸਿਵਿਕ ਅਮੈਨਿਟੀਜ਼, ਗਵਰਨਮੈਂਟ ਓਪਰਚੁਨਿਟੀਜ਼, ਟਰਾਂਸਪੋਰਟ ਫੈਸਿਲਿਟੀ ਐਂਡ ਐਗਰੀਕਲਚਰਲ ਐਂਡ ਇੰਡਸਟਰੀਅਲ ਗੁੱਡਸ ਪ੍ਰੋਵਾਈਡ ਕਰਦੀ ਹੈ ਪੀਪਲਸ ਨੂੰ, ਜਿਸ ਕਾਰਨ ਗਵਰਨਮੈਂਟ ਦਾ ਐਕਸਪੈਂਡੀਚਰ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ ਆ। ਪੋਪੂਲੇਸ਼ਨ ਇਨਕਰੀਜ਼ ਹੋਣ ਦੇ ਨਾਲ ਗਵਰਨਮੈਂਟ ਦਾ ਐਡਮਿਨਿਸਟ੍ਰੇਟਿਵ ਸਰਵਿਸਿਜ਼ 'ਤੇ ਵੀ ਉੱਪਰ ਐਕਸਪੈਂਡੀਚਰ ਇਨਕਰੀਜ਼ ਕਰ ਜਾਂਦਾ ਆ, ਲਾਈਕ ਪੁਲਿਸ, ਜੁਡੀਸ਼ਰੀ ਐਂਡ ਜੇਲ ਟੂ ਮੇਨਟੇਨ ਲੋਅ ਐਂਡ ਆਰਡਰ। ਕੰਟਰੀ ਦੇ ਵਿੱਚ ਲੋਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਵੀ ਗਵਰਨਮੈਂਟ ਦਾ ਐਕਸਪੈਂਡੀਚਰ ਇਨਕਰੀਜ਼ ਕਰ ਜਾਂਦਾ। ਇਸ ਤਰ੍ਹਾਂ ਪੋਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਨਾਲ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਆ ਉਹ ਵੀ ਇਨਕਰੀਜ਼ ਕਰ ਜਾਂਦਾ ਹੈ। ਨੈਕਸਟ ਇਜ਼ increase in social security and social welfare. Since independence, government has been providing many social security benefits to the workers and poor classes and social welfare facilities to scheduled caste and scheduled tribes. ਇੰਡੀਪੈਂਡੈਂਸ ਦੇ ਟਾਈਮ ਤੋਂ ਹੀ ਗਵਰਨਮੈਂਟ ਬਹੁਤ ਸਾਰੀਆਂ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਬੈਨੀਫਿਟਸ ਆ ਲਾਈਕ ਵਰਕਰਸ ਅਤੇ ਪੂਅਰ ਕਲਾਸ ਨੂੰ ਪ੍ਰੋਵਾਈਡ ਕਰਦੀ ਆ ਰਹੀ ਹੈ। ਉਸੇ ਤਰ੍ਹਾਂ ਸੋਸ਼ਲ ਵੈਲਫੇਅਰ ਫੈਸਿਲਿਟੀਜ਼ ਪ੍ਰੋਵਾਈਡ ਕਰਦੀ ਹੈ ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟਰਾਈਬਸ ਨੂੰ। ਸਟੇਟ ਗਵਰਨਮੈਂਟ ਹਿਊਜ ਅਮਾਊਂਟ ਦੇ ਵਿੱਚ ਪੈਸਾ ਸਪੈਂਡ ਕਰਦੀ ਔਨ ਵੇਰੀਅਸ ਫੈਸਿਲਿਟੀਜ਼ ਅੰਡਰ ਸੋਸ਼ਲ ਸਿਕਿਉਰਿਟੀ ਮੇਜਰਸ ਸੱਚ ਐਸ old age pension, sickness allowance, unemployment allowance, maternity benefits, provident fund, health insurance, death compensation, etc. And state responsibility in respect of social services. ਸਟੇਟ ਸੋਸ਼ਲ ਸਰਵਿਸ ਦੇ ਉੱਪਰ ਵੀ ਬਹੁਤ ਜ਼ਿਆਦਾ ਪੈਸਾ ਖਰਚ ਕਰਦੀ ਹੈ। ਸੋਸ਼ਲ ਸਰਵਿਸਿਜ਼ ਲਾਈਕ ਹੈਲਥ ਐਜੂਕੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਗਵਰਨਮੈਂਟ ਦਾ ਜਿਹੜਾ ਐਕਸਪੈਂਡੀਚਰ ਇਨਕਰੀਜ਼ ਕਰ ਜਾਂਦਾ ਆ। Government of India aims at providing free and compulsory education to the millions in the age group of 16 and 14 years, ਜਿਸ ਕਾਰਨ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ ਆ। ਥਰਡ ਪੁਆਇੰਟ ਇਜ਼ ਇਨਕਰੀਜ਼ ਇਨ ਡਿਫੈਂਸ ਐਕਸਪੈਂਡੀਚਰ। ਸੈਂਟਰਲ ਗਵਰਨਮੈਂਟ ਜਿੰਨਾ ਟੋਟਲ ਐਕਸਪੈਂਡੀਚਰ ਕਰਦੀ ਆ ਉਸ ਦੇ ਵਿੱਚੋਂ ਜਿਹੜਾ ਜ਼ਿਆਦਾਤਰ ਪਾਰਟ ਆ ਉਹ ਡਿਫੈਂਸ ਦੇ ਉੱਪਰ ਐਕਸਪੈਂਡ ਕੀਤਾ ਜਾਂਦਾ। ਦੈਟ ਮੀਨਸ ਕਿ ਜਿੰਨਾ ਟੋਟਲ ਐਕਸਪੈਂਡੀਚਰ ਕੀਤਾ ਜਾਂਦਾ ਆ ਉਸ ਦਾ ਜ਼ਿਆਦਾ ਪਾਰਟ ਡਿਫੈਂਸ ਦੇ ਉੱਪਰ ਐਕਸਪੈਂਡ ਕੀਤਾ ਜਾਂਦਾ ਆ। ਰੀਜ਼ਨ ਬੀਂਗ ਕੀ ਆ ਕਿ ਜਿਹੜੀਆਂ ਸਾਡੀਆਂ ਨੇਬਰਸ ਕੰਟਰੀ ਲਾਈਕ ਚਾਈਨਾ ਐਂਡ ਪਾਕਿਸਤਾਨ ਆ ਉਸ ਰੀਜ਼ਨ ਦੇ ਕਾਰਨ ਵੀ ਜਿਹੜੀ ਗਵਰਨਮੈਂਟ ਆ ਇੰਡੀਅਨ ਗਵਰਨਮੈਂਟ ਆ ਉਹ ਆਪਣੇ ਡਿਫੈਂਸ ਇਕਵਿਪਮੈਂਟਸ ਦੇ ਉੱਪਰ ਬਹੁਤ ਜ਼ਿਆਦਾ ਖਰਚ ਕਰਦੀ ਆ। ਜਿਹੜਾ ਡਿਫੈਂਸ ਐਕਸਪੈਂਡੀਚਰ ਆ ਉਹ ਸਿਰਫ ਐਕਚੁਅਲ ਵਾਰ ਟਾਈਮ ਦੇ ਵਿੱਚ ਹੀ ਇਨਕਰੀਜ਼ ਨਹੀਂ ਹੁੰਦਾ ਬਟ ਈਵਨ ਡਿਊਰਿੰਗ ਪੀਸ ਟਾਈਮ ਦੇ ਵਿੱਚ ਵੀ ਬਹੁਤ ਜ਼ਿਆਦਾ ਇਨਕਰੀਜ਼ ਕਰਦਾ ਹੈ। ਓਵਰ ਟਾਈਮ ਪੀਰੀਅਡ ਜਿਹੜਾ ਡਿਫੈਂਸ ਐਕਸਪੈਂਡੀਚਰ ਆ ਇਨਕਰੀਜ਼ ਕਰਦਾ ਜਾ ਰਿਹਾ। and defense of the country calls for the modernization and expansion of all the three defense services, army, navy and air force. defense expenditure ਵਿੱਚ ਅਸੀਂ ਤਿੰਨੇ ਫੋਰਸਸ ਤੇ ਮੋਡਰਨਾਈਜੇਸ਼ਨ ਦੇ ਉੱਪਰ ਪੈਸਾ ਗਵਰਨਮੈਂਟ ਖਰਚ ਕਰਦੀ ਆ, ਆਰਮੀ, ਨੇਵੀ ਐਂਡ ਏਅਰ ਫੋਰਸ ਤੇ। ਸਿੰਸ ਇੰਡੀਪੈਂਡੈਂਸ ਬਹੁਤ ਸਾਰੀਆਂ ਮੈਨੂਫੈਕਚਰਿੰਗ ਇੰਡਸਟਰੀ ਸੈਟਅਪ ਕੀਤੀਆਂ ਗਈਆਂ ਕਿ ਜਿਹੜੀ ਕਿ ਮਿਲਟਰੀ ਹਾਰਡਵੇਅਰਸ, ਟੈਂਕਸ, ਏਰੋਪਲੇਨਸ, ਸ਼ਿਪਸ, ਆਰਮਸ ਵਗੈਰਾ ਦਾ ਮੈਨੂਫੈਕਚਰ ਕਰਦੀਆਂ ਆ। ਇਨ 1960 and 61 ਡਿਫੈਂਸ ਐਕਸਪੈਂਡੀਚਰ ਵਾਜ਼ ਰੁਪੀਜ਼ 283 ਕਰੋੜ ਸੀ ਬਟ ਆਫਟਰ ਚਾਈਨੀਜ਼ ਅਗਰੇਸ਼ਨ ਇਨ 1962 and war with Pakistan in year 1965 and 1971 ਡਿਫੈਂਸ ਐਕਸਪੈਂਡੀਚਰ ਇਨਕਰੀਜ਼ ਕਰ ਗਿਆ ਬਹੁਤ ਜ਼ਿਆਦਾ। ਇਸ ਕਾਰਨ 2017 and 18 ਦੇ ਵਿੱਚ ਜਿਹੜਾ ਡਿਫੈਂਸ ਐਕਸਪੈਂਡੀਚਰ ਸੀ ਉਹ ਸੀਗਾ 2,76,574 ਕਰੋੜ। ਦੈਟ ਮੀਨਸ ਕਿ ਐਜ਼ ਕੰਪੇਅਰ ਟੂ ਪ੍ਰੀਵੀਅਸ ਟਾਈਮ ਜਿਹੜਾ ਡਿਫੈਂਸ ਦੇ ਉੱਪਰ ਐਕਸਪੈਂਡੀਚਰ ਸੀ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਗਿਆ। ਇਸ ਤਰ੍ਹਾਂ ਹਰ ਸਾਲ ਲਗਾਤਾਰ ਡਿਫੈਂਸ ਦੇ ਉੱਪਰ ਜਿਹੜਾ ਐਕਸਪੈਂਡੀਚਰ ਆ ਉਹ ਇਨਕਰੀਜ਼ ਕਰਦਾ ਜਾ ਰਿਹਾ। ਨੈਕਸਟ ਇਜ਼ ਇਕਨੋਮਿਕ ਪਲੈਨਿੰਗ।
In order to achieve the objective of country's economic development, government has adopted the techniques of economic planning. ਗਵਰਨਮੈਂਟ ਨੇ ਇਕਨੋਮਿਕ ਡਿਵੈਲਪਮੈਂਟ ਦੇ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਇਕਨੋਮਿਕ ਪਲੈਨਿੰਗ ਦੇ ਟੈਕਨੀਕਸ ਨੂੰ ਅਡੋਪਟ ਕੀਤਾ। ਜਿਹੜਾ ਇਕਨੋਮਿਕ ਪਲੈਨਿੰਗ ਦਾ ਪ੍ਰੋਗਰਾਮ ਸੀ ਉਹ 1951 ਦੇ ਵਿੱਚ ਫਸਟ ਟਾਈਮ ਲਾਂਚ ਕੀਤਾ ਗਿਆ ਸੀ। ਦੈਟ ਮੀਨਸ ਕਿ ਫਸਟ ਟਾਈਮ ਪਲਾਨ ਬਣਾਇਆ ਗਿਆ ਸੀ, ਫਸਟ ਪਲਾਨ 1951 ਦੇ ਵਿੱਚ 5 ਈਅਰ ਪਲਾਨ। ਇਸ ਕਾਰਨ ਉਸ ਦੇ ਉੱਪਰ ਲਾਰਜ ਅਮਾਊਂਟ ਵਿੱਚ ਪਬਲਿਕ ਐਕਸਪੈਂਡੀਚਰ ਕੀਤਾ ਗਿਆ ਪਲਾਨ ਦੇ ਵਿੱਚ। ਇਨ ਫਸਟ ਪਲਾਨ a sum of rupees 1960 ਕਰੋੜ was spent on public sector। ਫਸਟ ਪਲਾਨ ਦੇ ਵਿੱਚ 1960 ਕਰੋੜ ਰੁਪਏ ਸਪੈਂਡ ਕੀਤੇ ਗਏ ਔਨ ਪਬਲਿਕ ਸੈਕਟਰ ਦੇ ਉੱਤੇ। ਬਟ ਇਨ 12th plan this expenditure increased to 76,69,807 ਕਰੋੜ। ਦੈਟ ਮੀਨਸ ਕਿ 12th ਪਲਾਨ ਦੇ ਵਿੱਚ ਜਿਹੜਾ ਪਬਲਿਕ ਐਕਸਪੈਂਡੀਚਰ ਵਿੱਚ ਇਨਕਰੀਜ਼ ਸੀ ਉਹ ਬਹੁਤ ਜ਼ਿਆਦਾ ਹੋ ਗਿਆ। ਸੋ ਅਡੋਪਸ਼ਨ ਆਫ ਇਕਨੋਮਿਕ ਪਲੈਨਿੰਗ ਹੈਜ਼ ਕਾਸਡ ਇਨਕਰੀਜ਼ ਇਨ ਪਬਲਿਕ ਐਕਸਪੈਂਡੀਚਰ। ਸੋ ਇਕਨੋਮਿਕ ਪਲੈਨਿੰਗ ਦੇ ਅਡੋਪਸ਼ਨ ਦੇ ਕਾਰਨ ਵੀ ਜਿਹੜਾ ਪਬਲਿਕ ਐਕਸਪੈਂਡੀਚਰ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਆਉਂਦਾ ਹੈ। ਨੈਕਸਟ ਇਜ਼ ਸਿਵਲ ਐਡਮਿਨਿਸਟ੍ਰੇਸ਼ਨ। democratic setup of the country has also increased central and state government's expenditure on civil administration। ਸੈਂਟਰ ਅਤੇ ਸਟੇਟ ਗਵਰਨਮੈਂਟ ਦਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਉੱਪਰ ਜਿਹੜਾ ਐਕਸਪੈਂਡੀਚਰ ਆ ਉਹ ਵੀ ਈਅਰ ਬਾਏ ਹਰ ਸਾਲ ਲਗਾਤਾਰ ਕੰਟੀਨਿਊਸਲੀ ਇਨਕਰੀਜ਼ ਕਰਦਾ ਜਾ ਰਿਹਾ ਹੈ। ਗਵਰਨਮੈਂਟ ਨੂੰ ਲਾਰਜ ਅਮਾਊਂਟ ਦੇ ਵਿੱਚ ਬਹੁਤ ਸਾਰੀ ਐਕਟੀਵਿਟੀਜ਼ ਲਾਈਕ ਪੁਲਿਸ, ਲਾਅ ਐਂਡ ਆਰਡਰ, ਕਲੈਕਸ਼ਨ ਆਫ ਟੈਕਸਿਸ, ਜੁਡੀਸ਼ਰੀ, ਜੇਲ੍ਹ ਐਕਸੈਕਟਰਾ, ਇਹਨਾਂ ਸਾਰੀ ਐਕਟੀਵਿਟੀਜ਼ 'ਤੇ ਲਾਰਜ ਅਮਾਊਂਟ 'ਤੇ ਸਪੈਂਡ ਕਰਨਾ ਪੈਂਦਾ ਤਾਂ ਕਿ ਕੰਟਰੀ ਦੇ ਵਿੱਚ ਲਾਅ ਐਂਡ ਆਰਡਰ ਬਣਾ ਰਹੇ। ਨੈਕਸਟ ਦ ਨੰਬਰ ਆਫ ਸਿਵਲ ਆਫੀਸ਼ੀਅਲ ਐਂਡ ਸਰਵੈਂਟਸ ਹੈਜ਼ ਇਨਕਰੀਜ਼ਡ। ਇਸ ਕਾਰਨ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਜਿਹੜੇ ਸਿਵਲ ਆਫੀਸ਼ੀਅਲਸ ਆ, ਸਰਵੈਂਟਸ ਆ, ਉਹਨਾਂ ਦੀ ਇਨ ਨੰਬਰਸ ਵੀ ਇਨਕਰੀਜ਼ ਕਰਦੇ ਆ। ਦੈਟ ਮੀਨਸ ਉਹਨਾਂ ਦੀ ਗਿਣਤੀ ਵੀ ਇਨਕਰੀਜ਼ ਕਰਦੀ, ਉਹਨਾਂ ਦੀ ਜਿਸ ਕਾਰਨ ਉਹਨਾਂ ਦੀ ਸੈਲਰੀ ਨੂੰ ਵੀ ਇਨਕਰੀਜ਼ ਕਰਨਾ ਪੈਂਦਾ ਹੈ। ਇਸ ਕਾਰਨ ਜਿਹੜੇ ਗਵਰਨਮੈਂਟ ਦੇ ਐਡਮਿਨਿਸਟ੍ਰੇਟਿਵ ਐਕਸਪੈਂਡੀਚਰ ਵਿੱਚ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਆ ਜਾਂਦਾ ਆ। ਗਵਰਨਮੈਂਟ ਨੂੰ ਲਾਈਕ ਪਾਰਲੀਮੈਂਟ, ਲੈਜਿਸਲੇਟਿਵ ਅਸੈਂਬਲੀਜ਼, ਲੈਜਿਸਲੇਟਿਵ ਕਾਉਂਸਿਲ, ਮਿਨਿਸਟਰੀਜ਼, ਗਵਰਨਰਸ ਅਤੇ ਐਕਸੈਕਟਰਾ, ਇਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ। ਜਿਸ ਕਾਰਨ ਹੌਲੀ ਹੌਲੀ ਜਿਹੜਾ ਗਵਰਨਮੈਂਟ ਦਾ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਐਕਸਪੈਂਡੀਚਰ ਉਹ ਇਨਕਰੀਜ਼ ਕਰਦਾ ਜਾਂਦਾ ਹੈ। ਅਸਟੈਬਲਿਸ਼ਮੈਂਟ ਆਫ ਲੋਕਲ ਸੈਲਫ ਗਵਰਨਮੈਂਟ ਐਂਡ ਪੰਚਾਇਤੀ ਰਾਜ ਹੈਜ਼ ਆਲਸੋ ਐਡਡ ਟੂ ਪਬਲਿਕ ਐਕਸਪੈਂਡੀਚਰ। ਸੈਲਫ ਗਵਰਨਮੈਂਟ, ਲੋਕਲ ਸੈਲਫ ਗਵਰਨਮੈਂਟ ਅਤੇ ਪੰਚਾਇਤੀ ਰਾਜ ਦੇ ਕਾਰਨ ਵੀ ਜਿਹੜਾ ਪਬਲਿਕ ਐਕਸਪੈਂਡੀਚਰ ਆ ਇਨਕਰੀਜ਼ ਕਰ ਜਾਂਦਾ ਹੈ। ਨੈਕਸਟ ਇਜ਼ increase in expenditure on public sector enterprises। Since independence, several important public services like railways, roads, post and telegrams, telephone, electricity, coal mines, banking, air traffic, etc. have expanded under public sector। ਇੰਡੀਪੈਂਡੈਂਸ ਦੇ ਟਾਈਮ ਤੋਂ ਹੀ ਬਹੁਤ ਸਾਰੀਆਂ ਪਬਲਿਕ ਸਰਵਿਸਿਜ਼ ਜਿਹੜੀਆਂ ਰੇਲਵੇ, ਰੋਡ, ਟੈਲੀਫੋਨ, ਇਲੈਕਟ੍ਰੀਸਿਟੀਜ਼ ਹੋ ਗਈਆਂ, ਪਬਲਿਕ ਸੈਕਟਰ ਦੇ ਅੰਡਰ ਬਹੁਤ ਜ਼ਿਆਦਾ ਐਕਸਪੈਂਡ ਹੋ ਗਈਆਂ। 1951 ਦੇ ਵਿੱਚ ₹29 ਕਰੋੜ ਦਾ ਇਨਵੈਸਟਮੈਂਟ ਕੀਤਾ ਗਿਆ ਸੀ ਪਬਲਿਕ ਸੈਕਟਰ ਇੰਡਸਟਰੀਜ਼ ਦੇ ਵਿੱਚ, ਜੋ ਕਿ ਮਾਰਚ 31, 2018 ਦੇ ਵਿੱਚ ਇਨਕਰੀਜ਼ਡ ਹੋ ਕੇ 22,73,969 ਕਰੋੜ ਹੋ ਗਿਆ। ਦੈਟ ਮੀਨਸ ਕਿ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਦੇ ਇਨਕਰੀਜ਼ ਹੋਣ ਦੇ ਕਾਰਨ, ਦੇ ਐਕਸਪੈਂਸ਼ਨ ਹੋਣ ਦੇ ਕਾਰਨ ਜਿਹੜਾ ਪਬਲਿਕ ਐਕਸਪੈਂਡੀਚਰ ਆ ਗਵਰਨਮੈਂਟ ਦਾ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ। ਨੈਕਸਟ ਇਜ਼ ਇਨਕਰੀਜ਼ ਇਨ ਪ੍ਰਾਈਜ਼ਸ। Rising prices also account for increase in public expenditure in India। ਪ੍ਰਾਈਜ਼ਸ ਦੇ ਵਿੱਚ ਇਨਕਰੀਜ਼ ਹੋਣ ਦੇ ਕਾਰਨ ਜਿਹੜਾ ਪਬਲਿਕ ਐਕਸਪੈਂਡੀਚਰ ਆ ਉਹ ਇਨਕਰੀਜ਼ ਹੋ ਜਾਂਦਾ ਇੰਡੀਆ ਦੇ ਵਿੱਚ। ਪ੍ਰਾਈਜ਼ਸ ਹੈਵ ਬੀਨ ਰਾਈਜ਼ਿੰਗ ਇਨ ਇੰਡੀਆ ਸਿੰਸ 1956। ਇੰਡੀਆ ਦੇ ਵਿੱਚ 1956 ਤੋਂ ਹੀ ਪ੍ਰਾਈਜ਼ਸ ਦੇ ਵਿੱਚ ਜਿਹੜਾ ਹੌਲੀ ਹੌਲੀ ਇਨਕਰੀਜ਼ ਹੁੰਦਾ ਜਾ ਰਿਹਾ ਆ। ਬਿਕੋਜ਼ ਆਫ ਇਨਕਰੀਜ਼ਡ ਪ੍ਰਾਈਸ, ਗਵਰਨਮੈਂਟ ਹੈਜ਼ ਟੂ ਸਪੈਂਡ ਮੋਰ ਇਨ ਆਰਡਰ ਟੂ ਗੈਟ ਦ ਸੇਮ ਅਮਾਊਂਟ ਆਫ ਗੁੱਡਸ ਐਂਡ ਸਰਵਿਸਿਜ਼ ਐਜ਼ ਬਿਫੋਰ। ਪ੍ਰਾਈਜ਼ਸ ਦੀ ਇਨਕਰੀਜ਼ ਹੋਣ ਦੇ ਕਾਰਨ ਗਵਰਨਮੈਂਟ ਨੂੰ ਸੇਮ ਅਮਾਊਂਟ ਗੁੱਡਸ ਐਂਡ ਸਰਵਿਸਿਜ਼ ਨੂੰ ਜਿੰਨਾ ਪਹਿਲਾਂ ਪਰਚੇਜ਼ ਕਰਦੇ ਸੀ, ਸੇਮ ਅਮਾਊਂਟ ਆਫ ਗੁੱਡਸ ਐਂਡ ਸਰਵਿਸਿਜ਼ ਨੂੰ ਪਰਚੇਜ਼ ਕਰਨ ਦੇ ਲਈ ਜ਼ਿਆਦਾ
ਐਕਸਪੈਂਡੀਚਰ ਕਰਨਾ ਪੈਂਦਾ ਜਾਂ ਜ਼ਿਆਦਾ ਪੈਸੇ ਪੇ ਕਰਨੇ ਪੈਂਦੇ ਆ, ਜਿਸ ਕਾਰਨ ਗਵਰਨਮੈਂਟ ਦਾ ਐਕਸਪੈਂਡੀਚਰ ਵੱਧ ਜਾਂਦਾ ਆ। ਪ੍ਰਾਈਸਿਸ ਦੇ ਇਨਕਰੀਜ਼ ਹੋਣ ਦੇ ਕਾਰਨ ਗਵਰਨਮੈਂਟ ਐਮਪਲੋਈਜ਼ ਨੂੰ ਕੰਪਨਸੇਸ਼ਨ ਜਿਹੜਾ ਵਗੈਰਾ ਉਹ ਵੀ ਜ਼ਿਆਦਾ ਦੇਣੇ ਪੈਂਦੇ ਆ। ਇਸ ਤਰ੍ਹਾਂ ਐਕਸਪੈਂਡੀਚਰ ਔਨ ਡਿਵੈਲਪਮੈਂਟ ਪ੍ਰੋਜੈਕਟ ਆਲਸੋ ਇਨਕਰੀਜ਼ ਡਿਊ ਟੂ ਇਨਕਰੀਜ਼ ਇਨ ਪ੍ਰਾਈਸਿਸ ਦੇ ਇਨਕਰੀਜ਼ ਹੋਣ ਦੇ ਕਾਰਨ ਜਿਹੜਾ ਡਿਵੈਲਪਮੈਂਟ ਪ੍ਰੋਜੈਕਟਸ ਦੇ ਉੱਪਰ ਐਕਸਪੈਂਡੀਚਰ ਸੀ ਹੁੰਦਾ ਆ ਉਹ ਵੀ ਇਨਕਰੀਜ਼ ਕਰ ਜਾਂਦਾ, ਜਿਸ ਕਾਰਨ ਗਵਰਨਮੈਂਟ ਦਾ ਜਿਹੜਾ ਓਵਰਆਲ ਆ ਪਬਲਿਕ ਐਕਸਪੈਂਡੀਚਰ ਆ ਇਨਕਰੀਜ਼ ਕਰ ਜਾਂਦਾ ਆ। ਨੈਕਸਟ ਇਜ਼ ਹਾਈ ਡੈਪਟ ਸਰਵਿਸਿਜ਼ ਬਰਡਨ। With a view to meeting their expenditure on capital account, central and state government borrow from public on a large scale। ਕੈਪੀਟਲ ਅਕਾਊਂਟ ਦੇ ਐਕਸਪੈਂਡੀਚਰ ਨੂੰ ਪੂਰਾ ਕਰਨ ਦੇ ਲਈ ਸੈਂਟਰਲ ਅਤੇ ਸਟੇਟ ਗਵਰਨਮੈਂਟ ਕੀ ਕਰਦੀ ਆ, ਪਬਲਿਕ ਤੋਂ ਲਾਰਜ ਸਕੇਲ 'ਤੇ ਪੈਸੇ ਬੋਰੋ ਕਰਦੀ ਆ। On account of increased amount of interest on these loans, public expenditure has tend to rise। ਇਹਨਾਂ ਪੈਸੇ ਬੋਰੋ ਕਰਨ ਦੇ ਨਾਲ ਜਿਹੜਾ ਲੋਨ ਲਿਆ ਹੈ ਗਵਰਨਮੈਂਟ ਨੇ ਪਬਲਿਕ ਤੋਂ, ਉਸ ਦੇ ਉੱਪਰ ਜਿਹੜਾ ਰੇਟ ਆਫ ਇੰਟਰਸਟ ਵੀ ਬਹੁਤ ਜ਼ਿਆਦਾ ਵੱਧਦਾ ਜਾਂਦਾ ਹੌਲੀ ਹੌਲੀ, ਜਿਸ ਕਾਰਨ ਗਵਰਨਮੈਂਟ ਦਾ ਪਬਲਿਕ ਐਕਸਪੈਂਡੀਚਰ ਇਨਕਰੀਜ਼ ਕਰ ਜਾਂਦਾ ਆ। ਇਨ ਦ ਈਅਰ 1950 and 51 rupees 82 crore was paid as interest on loan, and in 2017 and 18 the amount of interest payment increased to rupees 5,28,952 crore। that means ਕਿ ਗਵਰਨਮੈਂਟ ਦਾ ਜਿਹੜਾ ਹਾਈ ਡੈਪਟ ਸਰਵਿਸਿਜ਼ ਬਰਡਨ ਦੇ ਕਾਰਨ ਗਵਰਨਮੈਂਟ ਦਾ ਪਬਲਿਕ ਐਕਸਪੈਂਡੀਚਰ ਇਨਕਰੀਜ਼ ਕਰ ਜਾਂਦਾ ਆ। ਨੈਕਸਟ ਇਜ਼ encouragement and assistance to private sector। The government has to encourage and financially assist the private sector। ਗਵਰਨਮੈਂਟ ਪ੍ਰਾਈਵੇਟ ਸੈਕਟਰ ਨੂੰ ਇਨਕਰਜ ਕਰਦੀ ਹੈ ਅਤੇ ਉਸਨੂੰ ਫਾਈਨੈਂਸ਼ੀਅਲੀ ਹੈਲਪ ਵੀ ਕਰਦੀ ਆ। ਗਵਰਨਮੈਂਟ ਪ੍ਰੋਵਾਈਡਸ ਕੈਪੀਟਲ ਸਬਸਿਡੀਜ਼, ਕੰਸੈਸ਼ਨ ਲੋਨਸ ਐਂਡ ਵੇਰੀਅਸ ਅਦਰ ਸਬਸਿਡੀਜ਼। ਗਵਰਨਮੈਂਟ ਪ੍ਰਾਈਵੇਟ ਸੈਕਟਰ ਨੂੰ ਬਹੁਤ ਸਾਰੀਆਂ ਕੈਪੀਟਲ ਸਬਸਿਡੀਜ਼ ਅਤੇ ਕੰਸੈਸ਼ਨ ਲੋਨਸ ਪ੍ਰੋਵਾਈਡ ਕਰਦੀ ਆ, ਐਂਡ ਬਹੁਤ ਸਾਰੀਆਂ ਸਬਸਿਡੀਜ਼ ਵੀ ਪ੍ਰੋਵਾਈਡ ਕਰਦੀ ਆ। ਗਵਰਨਮੈਂਟ ਜਿਹੜੀਆਂ ਐਕਸਪੋਰਟ ਇੰਡਸਟਰੀਜ਼ ਹੁੰਦੀਆਂ ਜਿਹੜੀਆਂ ਐਕਸਪੋਰਟ ਕਰਦੀਆਂ, ਉਹਨਾਂ ਨੂੰ ਜਿਹੜਾ ਉਹ ਐਜ਼ ਅ ਰॉ ਮਟੀਰੀਅਲ ਜਾਂ ਇਨਪੁਟਸ ਨੂੰ ਯੂਜ਼ ਕਰਦੇ ਆ, ਉਸ ਉੱਪਰ ਗਵਰਨਮੈਂਟ ਉਹਨਾਂ ਨੂੰ ਸਬਸਿਡੀਜ਼ ਪ੍ਰੋਵਾਈਡ ਕਰਦੀ ਆ। ਸਬਸਿਡੀਜ਼ ਔਨ ਇਨਪੁਟਸ ਟੂ ਐਕਸਪੋਰਟ ਇੰਡਸਟਰੀਜ਼, ਖਾਦੀ, ਹੈਂਡਲੂਮਸ, ਐਗਰੀਕਲਚਰ ਐਕਸੈਕਟਰਾਸ। ਇਹਨਾਂ ਸਾਰਿਆਂ ਨੂੰ ਗਵਰਨਮੈਂਟ ਬਹੁਤ ਸਾਰੀ ਸਬਸਿਡੀਜ਼ ਪ੍ਰੋਵਾਈਡ ਕਰਦੀ ਆ। ਗਵਰਨਮੈਂਟ ਆਲਸੋ ਪ੍ਰੋਵਾਈਡ ਫਾਈਨੈਂਸ਼ੀਅਲ ਅਸਿਸਟੈਂਸ ਟੂ ਸਿੱਖ ਪ੍ਰਾਈਵੇਟ ਸੈਕਟਰ ਯੂਨਿਟਸ। ਕਿ ਜਿਹੜੀਆਂ ਪ੍ਰਾਈਵੇਟ ਸੈਕਟਰ ਸਿੱਖ ਹੁੰਦਾ, ਲਾਈਕ ਮਤਲਬ ਕਿ ਉਹਨਾਂ ਵਿੱਚ ਪ੍ਰੋਫਿਟ ਰੇਟ ਬਹੁਤ ਘੱਟ ਹੁੰਦੀ ਹੈ ਜਾਂ ਕਹਿ ਲਓ ਲੋਸ ਵਿੱਚ ਚੱਲ ਰਹੀਆਂ ਹੁੰਦੀਆਂ, ਗਵਰਨਮੈਂਟ ਉਹਨਾਂ ਨੂੰ ਫਾਈਨੈਂਸ਼ੀਅਲੀ ਅਸਿਸਟ ਮਤਲਬ ਕਿ ਫਾਈਨੈਂਸ਼ੀਅਲੀ ਹੈਲਪ ਪ੍ਰੋਵਾਈਡ ਕਰਦੀ ਆ। ਐਂਡ ਕਈ ਸਿੱਖ ਪ੍ਰਾਈਵੇਟ ਸੈਕਟਰ ਯੂਨਿਟਸ ਨੂੰ ਉੱਪਰ ਟੇਕ ਓਵਰ ਕਰ ਲੈਂਦੀ ਆ, ਉਹਨਾਂ ਨੂੰ ਕੀ ਆਪਣੇ ਅੰਡਰ ਲੈ ਲੈਂਦੀ ਆ, ਜਿਸ ਕਾਰਨ ਜਿਹੜਾ ਗਵਰਨਮੈਂਟ ਦਾ ਪਬਲਿਕ ਸੈਕਟਰ ਦਾ ਪਬਲਿਕ ਐਕਸਪੈਂਡੀਚਰ ਆ ਉਹ ਇਨਕਰੀਜ਼ ਕਰ ਜਾਂਦਾ ਹੈ। ਨੈਕਸਟ ਇਜ਼ ਅਰਬਨਾਈਜੇਸ਼ਨ। During the period of planning, proportion of urban population in India has increased। ਪਲੈਨਿੰਗ ਦੇ ਪੀਰੀਅਡ ਦੌਰਾਨ ਜਿਹੜੀ ਅਰਬਨ ਪਾਪੂਲੇਸ਼ਨ ਦੇ ਵਿੱਚ ਪ੍ਰੋਪੋਰਸ਼ਨ ਆਫ ਅਰਬਨ ਪਾਪੂਲੇਸ਼ਨ ਆ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ। 1951 ਦੇ ਵਿੱਚ ਇੰਡੀਆ 'ਚ ਜਸਟ 17.3% ਜਿਹੜੀ ਪਾਪੂਲੇਸ਼ਨ ਸੀ ਉਹ ਅਰਬਨ ਏਰੀਆ ਦੇ ਵਿੱਚ ਰਹਿੰਦੀ ਸੀ, ਬਟ ਇਨ 2011 31.2% ਪਾਪੂਲੇਸ਼ਨ ਹੁਣ ਅਰਬਨ ਏਰੀਆ ਦੇ ਵਿੱਚ ਰਹਿੰਦੀ ਆ। ਅਰਬਨ ਪਾਪੂਲੇਸ਼ਨ ਦੇ ਇਨਕਰੀਜ਼ ਹੋਣ ਦੇ ਕਾਰਨ ਗਵਰਨਮੈਂਟ ਦਾ ਜਿਹੜਾ ਐਕਸਪੈਂਡੀਚਰ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਆ। ਅਰਬਨ ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਕਾਰਨ ਗਵਰਨਮੈਂਟ ਨੂੰ ਬਹੁਤ ਸਾਰੇ ਐਕਸਪੈਂਡੀਚਰ ਕਰਨੇ ਪੈਂਦੇ ਆ, ਲਾਈਕ ਸਿਵਿਕ ਅਮੈਨਿਟੀਜ਼, ਐਡਮਿਨਿਸਟ੍ਰੇਸ਼ਨ 'ਤੇ, ਪੁਲਿਸ, ਟਰਾਂਸਪੋਰਟ, ਐਜੂਕੇਸ਼ਨ, ਪਬਲਿਕ ਹੈਲਥ ਐਂਡ ਐਕਸੈਕਟਰਾ, ਜਿਸ ਕਾਰਨ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਐਜ਼ ਵੈਲ ਐਜ਼ ਜਿਹੜਾ ਅਰਬਨਾਈਜੇਸ਼ਨ ਹੋਣ ਦੇ ਕਾਰਨ ਉੱਥੇ ਹਾਊਸਿੰਗ ਪ੍ਰੋਬਲਮ ਵੀ ਡਿਵੈਲਪ ਹੋ ਜਾਂਦੀਆਂ, ਜਿਸ ਨੂੰ ਸੋਲਵ ਕਰਨ ਦੇ ਲਈ ਗਵਰਨਮੈਂਟ ਨੂੰ ਬਹੁਤ ਸਾਰਾ ਐਕਸਪੈਂਡ ਕਰਨਾ ਪੈਂਦਾ ਹੈ। ਨੈਕਸਟ ਇਜ਼ mounting expenditure on subsidies। In India, government provides subsidies on food, fertilizer, kerosene oil, domestic LPG। ਇੰਡੀਆ ਦੇ ਵਿੱਚ ਗਵਰਨਮੈਂਟ ਬਹੁਤ ਸਾਰੀਆਂ ਫੈਸਿਲਿਟੀਜ਼ ਲਾਈਕ ਕੈਰੋਸੀਨ ਆਇਲ, LPG ਦੇ ਉੱਪਰ, ਫੂਡ ਉੱਪਰ ਸਬਸਿਡੀਜ਼ ਪ੍ਰੋਵਾਈਡ ਕਰਦੀਆਂ। 2002 ਐਂਡ 2003 ਦੇ ਵਿੱਚ ਗਵਰਨਮੈਂਟ ਨੇ 43,000 ਕਰੋੜ ਸਬਸਿਡੀਜ਼ ਦੇ ਉੱਪਰ ਸਪੈਂਡ ਕੀਤੇ ਸੀ, ਜੋ ਕਿ 2017 ਐਂਡ 18 ਦੇ ਵਿੱਚ ਇਨਕਰੀਜ਼ ਹੋ ਕੇ 2,64,125 ਕਰੋੜ ਹੋ ਗਏ। ਨੈਕਸਟ ਇਜ਼ ਇਨਕਰੀਜ਼ ਇਨ ਗਵਰਨਮੈਂਟ ਐਕਟੀਵਿਟੀਜ਼।
ਗਵਰਨਮੈਂਟ ਦੀ ਐਕਟੀਵਿਟੀਜ਼ ਦੇ ਵਿੱਚ ਇਨਕਰੀਜ਼ ਹੋਣ ਦੇ ਕਾਰਨ ਵੀ ਜਿਹੜਾ ਪਬਲਿਕ ਐਕਸਪੈਂਡੀਚਰ ਉਹ ਇਨਕਰੀਜ਼ ਕਰ ਜਾਂਦਾ ਆ। Since independence, both the development and non-development activity of the government has increased। Independence ਦੇ ਟਾਈਮ ਤੋਂ ਗਵਰਨਮੈਂਟ ਦੀ ਜਿਹੜੀ ਡਿਵੈਲਪਮੈਂਟ ਐਂਡ ਨੋਨ ਡਿਵੈਲਪਮੈਂਟ ਐਕਟੀਵਿਟੀਜ਼ ਵਿੱਚ ਕੰਟੀਨਿਊਸਲੀ ਇਨਕਰੀਜ਼ਡ ਆਉਂਦਾ ਜਾ ਰਿਹਾ ਹੈ, ਜਿਸ ਕਾਰਨ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਪਬਲਿਕ ਸੈਕਟਰ ਦੇ ਵਿੱਚ ਐਕਸਪੈਂਡੀਚਰ ਉਹ ਵੀ ਇਨਕਰੀਜ਼ ਹੁੰਦਾ ਜਾ ਰਿਹਾ ਹੈ। ਇਨ ਆਰਡਰ ਟੂ ਪ੍ਰਮੋਟ ਵੈਲਫੇਅਰ ਆਫ ਦ ਪੀਪਲ, government has to spend large amount on social goods like park, gardens, museum, national sanctuary, sports stadium, zoo etc। ਪਹਿਲਾਂ ਜਿਹੜੀਆਂ ਗਵਰਨਮੈਂਟ ਦੀ ਐਕਟੀਵਿਟੀਜ਼ ਸੀਗੀਆਂ ਉਹ ਬਹੁਤ ਜ਼ਿਆਦਾ ਨਾ ਲਿਮਿਟਡ ਹੁੰਦੀਆਂ ਸੀ, ਜਿਸ ਕਾਰਨ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਘੱਟ ਹੁੰਦਾ ਸੀ। ਬਟ ਨਾਓ ਜਿਹੜੀਆਂ ਗਵਰਨਮੈਂਟ ਦੀ ਪਰਫੋਰਮੈਂਸ ਐਂਡ ਐਕਟੀਵਿਟੀਜ਼ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਗਈਆਂ, ਵੱਧ ਗਈਆਂ ਆ, ਜਿਸ ਕਾਰਨ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਵੀ ਆ ਉਹ ਇਨਕਰੀਜ਼ ਕਰਦਾ ਜਾ ਰਿਹਾ। ਨੈਕਸਟ ਇਜ਼ ਅਦਰ ਕਾਜ਼ਸ। ਗਵਰਨਮੈਂਟ ਰੂਰਲ ਡਿਵੈਲਪਮੈਂਟ ਲਈ ਪਾਵਰਟੀ ਰਿਡਕਸ਼ਨ ਪ੍ਰੋਗਰਾਮਸ ਐਂਡ ਐਮਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਲਾਈਕ ਮਨਰੇਗਾ, ਇਹਨਾਂ ਦੇ ਉੱਪਰ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਬਹੁਤ ਹੁੰਦਾ ਹੈ। ਸੈਕਿੰਡ, ਹਿਊਜ ਐਕਸਪੈਂਡੀਚਰ ਔਨ ਇਲੈਕਸ਼ਨ ਦੇ ਉੱਪਰ ਵੀ ਜਿਹੜਾ ਬਹੁਤ ਜ਼ਿਆਦਾ ਗਵਰਨਮੈਂਟ ਦਾ ਐਕਸਪੈਂਡੀਚਰ ਇਨਕਰੀਜ਼ ਹੋ ਜਾਂਦਾ ਹੈ। ਇਲੈਕਸ਼ਨ ਆਫ ਲੋਕਲ ਬੋਡੀਜ਼, ਸਟੇਟ ਗਵਰਨਮੈਂਟਸ ਐਂਡ ਸਟੇਟ ਸੈਂਟਰ ਗਵਰਨਮੈਂਟਸ। Next is huge expenditure on setting up and maintenance of embassies in foreign nations. And last one is membership of world organization like UNO, WHO, FAO, and ILO has also involves huge expenditure। ਜਦੋਂ ਗਵਰਨਮੈਂਟ ਵਰਲਡ ਆਰਗੇਨਾਈਜੇਸ਼ਨ ਦੀ ਮੈਂਬਰਸ਼ਿਪ ਲੈਂਦੀ ਹੈ, ਜਿਸ ਕਾਰਨ ਵੀ ਉਹਦਾ ਐਕਸਪੈਂਡੀਚਰ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ ਆ। Huge expenditure is incurred on arranging and attending international conference। ਕਿ ਜਦੋਂ ਇੰਟਰਨੈਸ਼ਨਲ ਕਾਨਫਰੰਸਿਸ ਹੁੰਦੀ ਆ ਅਤੇ ਇੰਡੀਆ ਦੇ ਜਦੋਂ ਮੈਂਬਰਸ ਨੂੰ ਉਸ ਕਮੇਟੀਜ਼ ਦੇ ਮੈਂਬਰ ਨੂੰ ਉਹ ਕਾਨਫਰੰਸ ਅਟੈਂਡ ਕਰਨ ਲਈ ਜਾਣਾ ਪੈਂਦਾ ਹੈ, ਅਤੇ ਉਸ ਚੀਜ਼ ਦੇ ਉੱਪਰ ਵੀ ਜਿਹੜਾ ਗਵਰਨਮੈਂਟ ਦਾ ਐਕਸਪੈਂਡੀਚਰ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ, ਜਿਸ ਕਾਰਨ ਜਿਹੜਾ ਟੋਟਲ ਐਕਸਪੈਂਡੀਚਰ ਆ ਉਹ ਇਨਕਰੀਜ਼ ਕਰਦਾ ਜਾਂਦਾ ਹੈ।